ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਮਨਜੀਤ ਸਿੰਘ ਜੀ ਕੇ। ਸਰਦਾਰ ਜੀ ਕੇ ਅਕਾਲੀ ਹਲਕਿਆਂ 'ਚ ਵੱਡਾ ਚਿਹਰਾ, ਕਈ ਵਿਵਾਦ ਵੀ ਇਹਨਾਂ ਨਾਲ ਜੁੜਦੇ ਆ, ਲੇਕਿਨ ਕੁੱਲ ਮਿਲਾ ਕੇ ਇੱਕ ਸਾਫ਼ ਸੁਥਰਾ ਚਿਹਰਾ ਜਿਨ੍ਹਾਂ ਦੀ ਭਾਸ਼ਾ ਤੇ ਚੰਗੀ ਪਕੜ ਹੈ, ਸਿੱਖ ਮਸਲਿਆਂ ਤੇ ਪਕੜ ਹੈ। ਸਰਦਾਰ ਸਾਹਿਬ, ਸਾਨੂੰ ਇਹ ਦੱਸਿਓ ਕਿ ਅੱਜ ਹਰਿਆਣੇ ਦੇ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ, ਭਾਈ ਬਲਜੀਤ ਸਿੰਘ ਦਾਦੂਵਾਲ ਦੇ ਜਿੱਤਣ ਦੀ ਖਬਰ ਆ ਰਹੀ ਹੈ। ਇਹਦੇ ਅਰਥ ਕੀ ਲਈਏ? ਇਹ ਚੋਣ ਕਿਸ ਤਰ੍ਹਾਂ ਦੀ ਆ? ਔਰ ਤੁਹਾਡੇ ਚਿਹਰੇ ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਪ੍ਰਸੰਨਤਾ ਦੇਖ ਰਿਹਾ ਮੈਂ। ਮੈਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਲਿੱਪ ਵੀ ਦੇਖ ਰਿਹਾ ਜਿਹਦੇ ਵਿੱਚ ਤੁਸੀਂ ਖੁਸ਼ੀ ਪ੍ਰਗਟਾਉਂਦੇ ਨਜ਼ਰ ਆਉਂਦੇ ਹੋ। ਮੈਨੂੰ ਇਹਦੇ ਅਰਥ ਸਮਝਾਇਓ ਜ਼ਰਾ। ਮੈਂ ਸਮਝਦਾ ਕਿ ਜਿਹੜਾ ਇੱਕ ਮੂਵ ਚੱਲੀ ਹੈ ਕਿ ਬਾਦਲ ਪਰਿਵਾਰ ਕੋਲੋਂ ਅਕਾਲੀ ਦਲ ਦੇ ਜਿਹੜੀ ਗਲਵੱਕੜੀ ਆ ਉਹ ਛੁਡਾਣੀ ਹੈ। ਅਕਾਲੀ ਦਲ ਦੀ ਗਲਵੱਕੜੀ ਛੁਡਾਉਣ ਦਾ ਜਿਹੜਾ ਲਿਟਰਲ ਮਤਲਬ ਹੈ, ਉਹ ਲਿਟਰਲ ਮਤਲਬ ਹੈ ਕਿ ਜਿੱਥੇ ਪੰਥਕ ਅਦਾਰਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗਾ, ਉਸ ਨੂੰ ਛੁਡਾਇਆ ਜਾਵੇ। ਉਹਦੇ ਪਿੱਛੇ ਸੋਚ ਹੈ ਬਰਗਾੜੀ ਦੀ, ਸੋਚ ਹੈ ਗੁਰੂ ਗ੍ਰੰਥ ਸਾਹਿਬ ਦੀ, ਉਸਦੇ ਪਿੱਛੇ ਸੋਚ ਹੈ ਡੇਰਾ ਮਾਫੀ ਦੀ। ਲੇਕਿਨ ਹਰਿਆਣੇ ਦਾ ਤੁਸੀਂ ਮੈਨੂੰ ਸਵਾਲ ਕੀਤਾ, ਮੈਂ ਸਮਝਦਾ ਕਿ ਹਰਿਆਣੇ ਨੇ ਅੱਜ ਸ਼ੁਰੂਆਤ ਕਰ ਦਿੱਤੀ ਹੈ। ਮੈਂ ਇਹਨਾਂ ਦੇ ਪਤਨ ਦਾ ਜਿਹੜਾ ਸਫ਼ਰ ਹੈ ਉਹਦੀ ਸ਼ੁਰੂਆਤ ਕੀਤੀ ਹੈ। ਅਸੀਂ ਇੱਕ ਸਫ਼ਰੇ ਅਕਾਲੀ ਲਹਿਰ ਦਿੱਲੀ ਕੀਤੀ ਸੀਗੀ, ਉਹਦੇ ਨਾਲ ਇਹਨਾਂ ਦੀਆਂ ਟਿਕਟਾਂ ਬੀਜੇਪੀ ਨੇ ਕੱਟੀਆਂ ਸੀ 4। ਅੱਜ ਹਰਿਆਣੇ ਦੇ ਵਿੱਚ ਇਹਨਾਂ ਨੂੰ ਦੂਜਾ ਝਟਕਾ ਲੱਗਦਾ ਕਿ ਹਰਿਆਣੇ ਦੇ ਵਿੱਚ ਭਾਈ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹ ਪ੍ਰਧਾਨ ਚੁਣੇ ਜਾਂਦੇ ਨੇ। 34 ਵਿੱਚੋਂ 19 ਵੋਟਾਂ ਲੈ ਕੇ ਉਹ ਪ੍ਰਧਾਨ ਚੁਣੇ ਜਾਂਦੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਹੁਣ ਵਾਰੀ ਹੈ ਦਿੱਲੀ ਦੀ। ਤੁਸੀਂ ਆਖਿਆ ਕਿ ਤੁਹਾਡੇ ਮੂੰਹ ਤੇ ਥੋੜੀ ਜਿਹੀ ਮੈਨੂੰ ਕੋਈ ਰੌਣਕ ਨਜ਼ਰ ਆਈ। ਮੈਂ ਸਮਝਦਾ ਵਾਂ ਕਿ ਭਾਵੇਂ ਅਕਾਲ ਤਖਤ ਸਾਹਿਬ ਹੋਵੇ, ਭਾਵੇਂ SGPC ਹੋਵੇ, ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਹੋਵੇ, ਭਾਵੇਂ ਪਟਨਾ ਸਾਹਿਬ ਤਖਤ ਦੀ ਕਮੇਟੀ ਹੋਵੇ, ਇਹ ਸਾਰੀਆਂ ਕਮੇਟੀਆਂ ਦੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਕਾਬਜ਼ ਬੈਠੇ ਜੀ। ਔਰ ਉਹ ਗਲਵੱਕੜੀ ਛੁਡਾਉਣੀ ਬੜੀ ਜ਼ਰੂਰੀ ਹੈ, ਕਿਉਂਕਿ ਵਜ੍ਹਾ ਇਹ ਹੈ ਕਿ 100ਵੇਂ ਸਾਲ 'ਚ ਅਕਾਲੀ ਦਲ ਐਂਟਰ ਕਰ ਚੁੱਕਾ ਹੈ। 1920 'ਚ ਬਣਿਆ ਸੀ, 2020 ਆ ਗਿਆ। ਔਰ ਇਸ 2020 ਦੇ ਵਿੱਚ ਸਿੱਖਾਂ ਦੀ ਸੋਚ ਇਹ ਹੋ ਗਈ ਕਿ ਜੋ ਨੁਕਸਾਨ ਇਸ ਬਾਦਲ ਪਰਿਵਾਰ ਨੇ ਕੀਤਾ, ਇਹ ਅਕਾਲੀ ਦਲ ਨਹੀਂ ਰਹਿ ਗਿਆ, ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ। ਇਹਦੇ 'ਚ ਜਿੱਦਾਂ ਵੱਡੀਆਂ ਕੰਪਨੀਆਂ ਦੇ ਵਿੱਚ ਫੈਸਲੇ ਲਏ ਜਾਂਦੇ ਨੇ, ਉਸ ਤਰੀਕੇ ਨਾਲ ਫੈਸਲੇ ਲਏ ਜਾਂਦੇ ਨੇ। ਵੱਡੀਆਂ ਕੰਪਨੀਆਂ 'ਚ ਇਹ ਹੁੰਦਾ ਕਿ ਜਿਹੜੇ ਮਾਲਕ ਨੇ ਆਪਣੇ ਪ੍ਰੋਫਿਟ ਨੂੰ ਦੇਖਦੇ ਨੇ, ਆਪਣੇ ਵਾਧੇ ਨੂੰ ਦੇਖਦੇ ਨੇ। ਇਹਨਾਂ ਨੇ ਵੀ ਆਪਣੇ ਬਿਜ਼ਨਸ ਨੂੰ ਵਧਾਇਆ, ਆਪਣੇ ਘਰ ਵਾਸਤੇ ਵਜ਼ੀਰੀਆਂ ਲਈਆਂ। ਪੰਥਕ ਇਸ਼ੂ ਜਿਹੜੇ ਸੀ, ਜਿੱਦਾਂ ਅਨੰਦਪੁਰ ਰੈਜ਼ੋਲੂਸ਼ਨ ਜਾਂ ਹੋਰ ਜਿਹੜੇ ਇਸ਼ੂ ਸੀ, ਉਹਨਾਂ ਨੂੰ ਤਰਾਂਜਲੀ ਦੇ ਦਿੱਤੀ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਡੇਰਾ ਮਾਫੀ ਹੋਈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ, ਅੱਜ 267 ਸਰੂਪ ਦਾ ਵੀ ਇਸ਼ੂ ਆ ਰਿਹਾ, ਸਿੱਖਾਂ ਦੇ ਵਿੱਚੋਂ ਇਹਨਾਂ ਪ੍ਰਤੀ ਮੋਹ ਜਿਹੜਾ ਉਹ ਭੰਗ ਹੋ ਗਿਆ। ਹਰਿਆਣੇ ਨੇ ਉਹਦੀ ਸ਼ੁਰੂਆਤ ਕਰ ਦਿੱਤੀ ਹੈ। ਕਫਨ ਦੇ ਵਿੱਚ ਕਿਲ ਠੁਕ ਚੁੱਕਾ ਹੈ। ਜਿਹੜਾ ਅਗਲਾ ਕਿਲ ਹੈਗਾ ਉਹ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਫਰਵਰੀ 2021 'ਚ, ਅੱਜ ਤੋਂ ਸਮਝ ਲਓ 6 ਮਹੀਨੇ ਪਰੇ ਹੈਗੀਆਂ ਨੇ, ਜਾਂ ਉਸ ਤੋਂ ਬਾਅਦ SGPC, ਜਿਸ ਨੂੰ ਇਹ ਰੋਕ ਕੇ ਬੈਠੇ ਨੇ, ਪੂਰਾ ਵਾਹ ਲਾ ਕੇ ਬੈਠੇ ਨੇ ਵੀ ਕਿਸੇ ਤਰੀਕੇ ਵੀ ਅਸੀਂ SGPC ਦੀ ਚੋਣ ਨਾ ਹੋਣ ਦਈਏ। ਬੀਜੇਪੀ ਕੋਲ ਇੱਕੋ ਹੀ ਪ੍ਰੈਸ਼ਰ ਹੈ ਸਰ ਸੁਖਬੀਰ ਸਿੰਘ ਬਾਦਲ ਦਾ ਔਰ ਉਹਨਾਂ ਦੀ ਧਰਮ ਸੁਪਤਨੀ ਜਿਹੜੀ ਕੈਬਨਿਟ ਵਜ਼ੀਰ ਹੈ, ਕਿ ਅਸੀਂ ਪੰਜਾਬ ਦੇ ਵਿੱਚ ਚੋਣਾਂ ਨਾ ਹੋਣ ਦਈਏ SGPC ਦੀਆਂ, ਕਿਉਂਕਿ ਇਹ ਮੰਨਿਆ ਜਾਂਦਾ ਹੈ ਜਿਹਦੇ ਕੋਲ SGPC ਹੈ ਅਕਾਲੀ ਦਲ ਉਹ ਹੈ। ਮਾਸਟਰ ਤਾਰਾ ਸਿੰਘ 40 ਸਾਲ ਬੇਤਾਜ ਬਾਦਸ਼ਾਹ ਰਹੇ, ਲੇਕਿਨ ਜਿਸ ਦਿਨ ਸੰਤ ਫਤਿਹ ਸਿੰਘ ਨੇ ਉਹਨਾਂ ਨੂੰ ਹਰਾਇਆ, ਲਾਂਭੇ ਕੀਤਾ, ਮਾਸਟਰ ਜੀ ਨੂੰ ਕਿਸੇ ਨੇ ਪੁੱਛਿਆ, ਅਕਾਲੀ ਦਲ ਸੰਤ ਫਤਿਹ ਸਿੰਘ ਦੇ ਕੋਲ ਸੀਗੇ। ਚੰਨਣ ਸਿੰਘ ਉਹਨਾਂ ਦੇ ਸਾਥੀ ਸੀ। ਸੰਤ ਫਤਿਹ ਸਿੰਘ ਦਾ ਇਰਾ ਖਤਮ ਹੁੰਦਾ ਹੈ ਤੇ ਉਹਦੇ ਬਾਅਦ ਤੁੜ ਸਾਹਿਬ ਦਾ ਇਰਾ ਸ਼ੁਰੂ ਹੁੰਦਾ, ਤਲਵੰਡੀ ਸਾਹਿਬ ਦਾ ਹੁੰਦਾ, ਲੌਂਗੋਵਾਲ ਸਾਹਿਬ ਦਾ ਹੁੰਦਾ। ਲੇਕਿਨ ਉਸ ਤੋਂ ਬਾਅਦ ਇਹ ਬਾਦਲ ਪਰਿਵਾਰ ਹੀ ਰਿਹਾ ਕਿ ਬਾਦਲ ਸਾਹਿਬ CM ਵੀ ਰਹੇ ਔਰ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਵੱਡੇ ਵੱਡੇ ਲੀਡਰ ਇਹਨਾਂ ਨੇ, ਭਾਵੇਂ ਟੋੜਾ ਸਾਹਿਬ ਵਰਗੇ ਹੋਣ ਜਾਂ ਮੇਰੇ ਪਿਤਾ ਵਰਗੇ ਹੋਣ ਜਾਂ ਕੁਲਦੀਪ ਸਿੰਘ ਵਡਾਲਾ ਸਾਹਿਬ ਵਰਗੇ ਹੋਣ ਜਾਂ ਤਲਵੰਡੀ ਸਾਹਿਬ ਵਰਗੇ ਹੋਣ, ਇਹਨਾਂ ਨੇ ਪਿਛਲੇ 50 ਸਾਲਾਂ ਦੇ ਵਿੱਚ ਕਈ ਲੀਡਰਾਂ ਦੀ ਬਲੀ ਦਿੱਤੀ ਹੈ ਔਰ ਆਪਣੀ ਗਲਵੱਕੜੀ ਕਦੀ ਨਹੀਂ ਛੱਡੀ। ਜਥੇਦਾਰ ਸੰਤੋਖ ਸਿੰਘ ਦੀ ਤੂਤੀ ਬੋਲਦੀ ਰਹੀ ਹੈ ਤੁਹਾਡੇ ਪਿਤਾ ਜੀ ਦੀ ਦਿੱਲੀ ਦੇ ਵਿੱਚ। ਅਕਸਰ ਕਿਹਾ ਜਾਂਦਾ ਸੀ ਕਿ ਉਹ ਵੱਡੇ ਘਰਾਂ ਦੇ ਵਿੱਚ ਖੁੱਲ੍ਹੇਆਮ ਚਲੇ ਜਾਂਦੇ ਸੀ, ਕੋਈ ਰੋਕ ਟੋਕ ਨਹੀਂ ਸੀ, ਸੰਤਰੀ ਨੂੰ ਪਾਸੇ ਕਰ ਦਿੰਦੇ ਸੀ, ਕਹਿੰਦੇ ਮੈਂ ਚੱਲਿਆ ਜੇ। ਲੇਕਿਨ ਫਿਰ ਤੁਸੀਂ ਬਗਲਗੀਰ ਰਹੇ ਸੁਖਬੀਰ ਸਿੰਘ ਬਾਦਲ ਨਾਲ। ਇਹ ਹੁਣ ਬਾਰ-ਬਾਰ ਹੁੰਦੀਆਂ ਗੱਲਾਂ, ਰਿਪੀਟ ਕੀ ਕਰਨੀਆਂ। ਹੁਣ ਅੱਜ ਕੱਲ ਤੁਸੀਂ ਸੁਖਦੇਵ ਸਿੰਘ ਢੀਂਡਸਾ ਜਦੋਂ ਦਿੱਲੀ 'ਚ ਹੁੰਦੇ ਆ ਤੇ ਉਹਨਾਂ ਦੀਆਂ ਕਈ ਮੁਲਾਕਾਤਾਂ, ਲੰਚ, ਡਿਨਰ, ਬ੍ਰੇਕਫਾਸਟ, ਕਾਫੀ, ਉਹ ਤੁਸੀਂ ਪਲਾਨ ਕਰਦੇ ਨਜ਼ਰ ਆਉਂਦੇ ਹੋ।
ਸਿਆਸਤ ਦੇ ਇੱਕ ਕਈ ਰੰਗ ਰੂਪ ਹੈ। ਮੈਨੂੰ ਦੇਖ ਕੇ ਬੜੀ ਹੈਰਾਨੀ ਤੇ ਦਿਲਚਸਪੀ ਹੁੰਦੀ ਹੈ। ਮਨਜੀਤ ਸਿੰਘ ਜੀਕੇ ਦਾ ਇਹ ਚਿਹਰਾ ਮੈਨੂੰ ਲੱਗਦਾ ਵਿਸਥਾਰ ਲਈ ਜਾਂਦਾ ਦਿਨੋਂ ਦਿਨ, ਔਰ ਢੀਂਡਸਾ ਸਾਹਿਬ ਦੀ ਤਾਕਤ ਵੀ ਤੁਸੀਂ ਪੰਜਾਬ ਲਈ ਬਣਦੇ ਹੋ। ਸੋ ਅੱਜ ਕੱਲ ਕਿਸ ਰੂਟ ਤੇ ਹੋ? ਮੈਂ ਸਮਝਦਾ ਰੂਟ ਸਾਡਾ ਇੱਕੋ ਹੀ ਹੈ ਕਿ ਇਹ ਜਿਹੜਾ ਪਰਿਵਾਰ ਦਾ ਕਬਜ਼ਾ ਹੈਗਾ ਇਸ ਨੂੰ ਛੁਡਵਾਉਣਾ ਬੜਾ ਜ਼ਰੂਰੀ। ਔਰ ਢੀਂਡਸਾ ਸਾਹਿਬ ਜਿਹੜੇ ਮੈਂ ਸਮਝਦਾ ਕਿ ਇੱਕ ਲੰਬਾ ਸਮਾਂ ਆਪਣਾ ਪੂਰਾ ਉਹਨਾਂ ਨੇ ਜਵਾਨੀ ਔਰ ਆਪਣੇ ਇਸ ਉਮਰ ਤੱਕ ਅੱਜ ਉਹ ਵੱਡੀ ਉਮਰ ਚ ਆ ਚੁੱਕੇ ਨੇ, ਉਹਨਾਂ ਨੇ ਅਕਾਲੀ ਦਲ ਨੂੰ ਸਮਰਪਿਤ ਕੀਤੀ ਹੈ। ਉਹਨਾਂ ਦਾ ਬੇਟਾ 5 ਵਾਰੀ MLA ਜਿੱਤਿਆ, ਵਜ਼ੀਰ ਰਿਹਾ। ਮੈਂ ਸਮਝਦਾ ਕਿ ਢੀਂਡਸਾ ਸਾਹਿਬ ਜਿਹੜੇ ਰਾਹ ਤੇ ਚੱਲੇ ਨੇ, ਉਸ ਤੋਂ ਪਹਿਲੇ ਬ੍ਰਹਮਪੁਰਾ ਸਾਹਿਬ ਸੀਗੇ, ਹੋਰ ਕਈ ਸੀਨੀਅਰ ਅਕਾਲੀ, ਅੱਜ ਨਾਂ ਲਵਾਂਗਾ ਸਮਾਂ ਜ਼ਿਆਦਾ ਲੱਗੂਗਾ। ਮੈਂ ਸਮਝਦਾ ਕਿ ਇੱਕ ਸਾਰਿਆਂ ਦੀ ਸੋਚ ਇੱਕੋ ਹੋ ਗਈ ਹੈ ਕਿ ਵੀ ਅਸੀਂ ਇਹਨਾਂ ਨੂੰ ਉਤਾਰਨਾ। ਔਰ ਜਦੋਂ ਢੀਂਡਸਾ ਸਾਹਿਬ ਦਿੱਲੀ ਆਉਂਦੇ ਨੇ, ਉਹਨਾਂ ਨਾਲ BJP ਵਾਲੇ ਵੀ, ਉਹਨਾਂ ਨਾਲ ਆਮ ਆਦਮੀ ਪਾਰਟੀ ਵਾਲੇ ਵੀ, ਉਹਨਾਂ ਨਾਲ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਅੱਜ ਵੀ ਅਕਾਲੀ ਦਲ 'ਚ ਬੈਠੇ ਨੇ, ਉਹ ਵੀ ਉਹਨਾਂ ਨਾਲ ਕਲੋਜ਼ ਡੋਰ ਮੀਟਿੰਗਸ ਕਰਕੇ ਜਾਂਦੇ ਨੇ, ਡਿਨਰ ਕਰਕੇ ਜਾਂਦੇ ਨੇ ਔਰ ਆਪਣਾ ਦਰਦ ਦੱਸਦੇ ਨੇ। ਮੈਨੂੰ ਇੰਜ ਲੱਗਦਾ ਕਿ ਜਿਵੇਂ ਪੰਜਾਬ ਦੇ ਕੁਝ ਵੱਡੇ ਨਾਂ ਨੇ ਜਿਹੜੇ ਅੱਜ ਵੀ ਅਕਾਲੀ ਦਲ 'ਚ ਨੇ, ਜਾਂ ਦਿੱਲੀ ਦੇ ਵਿੱਚ ਜਿਹੜੇ ਵੱਡੇ ਨਾਂ ਅੱਜ ਵੀ ਅਕਾਲੀ ਦਲ 'ਚ ਹੈ, ਇਹ ਕਿਸੇ ਵੇਲੇ ਵੀ ਇਹ ਭਾਂਬੜ ਮੱਚ ਸਕਦਾ, ਉਹ ਛੱਡ ਕੇ ਉਸ ਪਾਸਿਓਂ ਆਉਣ ਨੂੰ ਤਿਆਰ ਬੈਠੇ। ਕਦੋਂ ਆਉਂਦੇ ਨੇ ਫੈਸਲਾ ਉਹ ਲੈਣ। ਲੇਕਿਨ ਮੈਨੂੰ ਇਹ ਜ਼ਰੂਰ ਦੱਸੋ ਕਿ ਜਿਹੜੀ ਹਰਿਆਣੇ 'ਚ ਚੋਣ ਹੁੰਦੀ ਹੈ, ਕੀ ਇਹਦੇ ਵਿੱਚ ਬਾਦਲ ਕਿਆਂ ਨੇ ਸਿੱਧੀ ਦਖਲਅੰਦਾਜ਼ੀ ਕੀਤੀ? ਇਹ ਚੱਕ ਥੱਲ 'ਚ ਇਸ ਵਾਰੀ ਬਹੁਤੇ ਨਜ਼ਰ ਨਹੀਂ ਆਏ। ਇਹਦੇ ਅਰਥ ਆਪਾਂ ਕਿਵੇਂ ਲੈ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਇਹੋ ਕੁਝ ਹੋਣ ਵਾਲਾ ਹੈ? ਤੁਹਾਡੀ ਤਿਆਰੀ ਕਿਹੋ ਜੀ ਆ? ਜਾਂ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਹੁਣ ਜਦੋਂ ਉਹਨਾਂ ਦਾ ਬੜਾ ਐਕਟਿਵ ਪ੍ਰਧਾਨ ਹੈ ਮਨਜਿੰਦਰ ਸਿੰਘ ਸਿਰਸਾ, ਤੁਸੀਂ ਇੱਕ ਚਿੱਠੀ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ, ਮੈਂ ਦੇਖਦਾ ਸੀਗਾ, ਜਿਹਦੇ ਵਿੱਚ ਤੁਸੀਂ ਬੇਨਿਯਮੀਆਂ ਦੀ ਗੱਲ ਕੀਤੀ, ਉਹਨਾਂ ਨੂੰ ਅਹੁਦੇ ਤੋਂ ਲਾਉਣ ਦੀ ਗੱਲ ਕੀਤੀ ਆ। ਇਹ ਮਿਲਗੋਬਾ ਜਿਹਾ ਬਣਦਾ ਪਿਆ, ਇਹਨੂੰ ਜ਼ਰਾ ਕਲੀਅਰ ਕਰਿਓ ਕਿ ਆਖਰ ਤਸਵੀਰ ਕਿਹੋ ਜੀ ਆ, ਕਿਉਂਕਿ ਅਜੇ ਵੀ ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਉਹਨਾਂ ਦੇ ਪ੍ਰਬੰਧ ਥੱਲੇ ਹੀ ਹੈ। ਦੇਖੋ, ਜਦ ਤੱਕ ਇਲੈਕਸ਼ਨ ਨਹੀਂ ਹੋਏਗੀ ਕਿਸੇ ਨੂੰ ਕੁਲਾ ਨਹੀਂ ਸਕਦਾ ਜੀ। ਸਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਕੁਆਰੰਟਾਈਨ ਹੋਣ ਤੋਂ ਪਹਿਲੇ, ਮਾਰਚ ਤੋਂ ਪਹਿਲੇ ਮੀਟਿੰਗ ਲਈ ਸੀ ਦਿੱਲੀ ਅਕਾਲੀ ਦਲ ਦੀ, ਜਿਹਦੇ ਵਿੱਚ ਪ੍ਰਭਾਰੀ ਭੁੰਦਰ ਸਾਹਿਬ ਵੀ ਬੈਠੇ ਸੀਗੇ ਔਰ ਜਿਹਦੇ ਸ਼ਾਇਦ ਚੰਦੂਮਾਜਰਾ ਵੀ ਸੀਗੇ, ਮਸ਼ਹੂਰ ਨਹੀਂਗਾ। ਉਹਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਸਰਸੇ ਨੂੰ ਕਿ ਸਰਸੇ ਤੁਸੀਂ ਕਿਸੇ ਵੀ ਤਰੀਕੇ ਕੋਰਟ ਕਚਹਿਰੀ ਕਰਾ ਕੇ ਦਿੱਲੀ ਦੀ ਇਲੈਕਸ਼ਨ ਨਹੀਂ ਹੋਣ ਦੇਣੀ। ਦਿੱਲੀ ਦੀ ਇਲੈਕਸ਼ਨ 2022 ਤੋਂ ਬਾਅਦ ਕਰਾਣਾ, ਜਦੋਂ ਪੰਜਾਬ ਦੀ ਇਲੈਕਸ਼ਨ ਵਿਧਾਨ ਸਭਾ ਦੀ ਹੋ ਜਾਏ। ਉਹਨਾਂ ਦੇ ਮਨ 'ਚ ਇਹ ਹੈ ਕਿ ਜਾਂ 2022 'ਚ ਮੈਂ ਆ ਜਾਊਂਗਾ, ਜਿੱਦਾਂ ਕਾਂਗਰਸ ਸਰਕਾਰ ਜੇ ਫੇਲ ਹੋ ਜਾਊਗੀ ਤੇ ਮੈਂ ਆ ਜਾਊਂਗਾ ਔਰ ਉਹਦੇ ਬਾਅਦ ਮੈਂ ਤੁਹਾਨੂੰ ਦਿੱਲੀ ਜਿੱਤ ਕੇ ਦਿਆਂਗਾ, ਤੁਸੀਂ ਦਿੱਲੀ ਨਹੀਂ ਜਿੱਤ ਸਕਦੇ। ਪਹਿਲੀ ਤੇ ਗੱਲ ਇਹ ਬੜਾ ਵੱਡਾ ਭੁਲੇਖਾ ਹੈ ਅੱਜ ਸਰ ਸੁਖਬੀਰ ਸਿੰਘ ਬਾਦਲ ਨੂੰ ਕਿ ਭਾਵੇਂ ਰਾਜਾ ਅਮਰਿੰਦਰ ਸਿੰਘ ਦੇ ਖਿਲਾਫਤ ਪੰਜਾਬ ਦੇ ਵਿੱਚ ਕਈ ਕਾਰਨਾਂ ਕਰਕੇ ਹੋ ਰਹੀ ਹੋਵੇ, ਲੇਕਿਨ ਉਹ ਰੁਖ ਜਿਹੜਾ ਹੈਗਾ, ਉਹ ਰੁਖ ਅਕਾਲੀ ਦਲ ਵਾਲੇ ਪਾਸੇ ਨਹੀਂ ਲੋਕਾਂ ਦਾ ਆ ਰਿਹਾ। ਜੇ ਉਹ ਰੁਖ ਅਕਾਲੀ ਦਲ ਵਾਲੇ ਪਾਸੇ ਆ ਜਾਂਦਾ ਤੇ ਜਦੋਂ ਹੁਣ ਆਪਣੀਆਂ ਚੋਣਾਂ ਹੋਈਆਂ ਸੀਗੀਆਂ MP ਦੀਆਂ, ਜਦੋਂ ਦੁਬਾਰਾ ਮੋਦੀ ਜਿੱਤਿਆ ਤੇ 10 ਸੀਟਾਂ ਚੋਂ ਸਿਰਫ 2 ਸੀਟਾਂ ਤੇ ਜਿੱਤਦੇ ਆ ਮੀਆਂ ਬੀਵੀ। ਔਰ ਉਹ ਵੀ ਕਿਉਂ ਜਿੱਤਦੇ ਆ ਕਿ BJP ਦਾ ਵੋਟ ਬੈਂਕ ਵਧਿਆ ਪੰਜਾਬ ਦੇ ਵਿੱਚ। BJP 3 ਚੋਂ 2 ਜਿੱਤ ਜਾਂਦੀ ਹੈ, ਤੁਸੀਂ 10 ਚੋਂ 2 ਜਿੱਤਦੇ ਹੋ। BJP ਦਾ ਵੋਟ ਬੈਂਕ ਵਧਣ ਕਰਕੇ ਤੁਹਾਡੀ ਜਿੱਤ ਹੁੰਦੀ ਪਈ ਹੈ, ਲੇਕਿਨ ਤੁਹਾਡੇ ਵੱਡੇ ਵੱਡੇ ਜਰਨੈਲ ਹਾਰ ਜਾਂਦੇ ਆ। ਮੈਂ ਸਮਝਦਾ ਵਾਂ ਕਿ ਫਿਰ ਜਿਹੜੀ ਸੀਟ ਸਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਵਿਹਲੀ ਕਰਕੇ MP ਲੜੇ ਸੀਗੇ ਜਲਾਲਾਬਾਦ ਦੀ ਸੀਟ ਦੇ ਉੱਤੇ, ਉਹਦੇ ਉੱਤੇ ਜਦੋਂ ਚੋਣ ਹੁੰਦੀ ਹੈ ਤੇ ਕਿੰਨੀ ਬੁਰੀ ਤਰ੍ਹਾਂ ਅਕਾਲੀ ਦਲ ਹਾਰਦਾ ਹੈ, ਜਿਹੜੀ ਉਹਨਾਂ ਦੀ ਘਰ ਦੀ ਸੀਟ ਹੁੰਦੀ ਹੈ। ਕਿਉਂਕਿ ਜੇ ਬੰਦੇ ਦਾ ਗ੍ਰਾਫ ਵੱਧਦਾ ਪਿਆ ਤੇ ਘਰ ਦੀ ਸੀਟ ਤੇ ਘੱਟੋ ਘੱਟ ਬਚਾ ਲੈਣ, ਚਲੋ ਬਾਕੀ ਛੱਡ ਦਿਓ। ਮੈਂ ਸਮਝਦਾ ਵਾਂ ਕਿ ਇਹਨਾਂ ਦਾ ਜਿਹੜਾ ਪਤਨ ਹੈ ਉਹ ਸ਼ੁਰੂ ਹੋ ਚੁੱਕਾ। ਅੱਜ ਹਰਿਆਣੇ ਨੇ ਉਹਦੇ 'ਚ ਇੱਕ ਹੋਰ ਕਿੱਲ ਠੋਕ ਦਿੱਤਾ। ਆਉਣ ਵਾਲੇ ਸਮੇਂ 'ਚ ਕਈ ਕਿੱਲਾਂ ਦੀ ਤਿਆਰੀ ਹੈ। ਜਿਹੜਾ ਕਿੱਲ ਇਹਨਾਂ ਨੇ SGPC ਦਾ ਫਾਈਨਲ ਰੋਕਿਆ ਹੋਇਆ, BJP ਵੀ ਸ਼ਸ਼ੋਪੰਜ 'ਚ ਹੈ। BJP ਵੀ ਅੱਜ ਸੋਚ ਰਹੀ ਹੈ ਕਿ ਉਹ ਜਾਵੇ ਕਿਹੜੇ ਪਾਸੇ, ਇਲੈਕਸ਼ਨ ਕਰਾਵੇ ਕਿ ਨਾ ਕਰਾਵੇ, ਕਿੰਨੀ ਦੇਰ ਰੋਕ ਲੈਣਗੇ। ਅਰਥਾਤ ਕੋਰਟ ਕਚਹਿਰੀ ਹੈ, ਕਿਤੇ ਨਾ ਕਿਤੇ ਇਲੈਕਸ਼ਨ ਕਰਾਣੀ ਪਏਗੀ। ਹਾਂ, ਦਿੱਲੀ ਦੀ ਇਲੈਕਸ਼ਨ ਸਾਰਿਆਂ ਵਾਸਤੇ ਇੰਪੋਰਟੈਂਟ ਹੈ, ਗੱਲ ਸਮਝ ਲਓ। ਜੇ ਮੈਂ ਆਪਣੀ ਗੱਲ ਕਰਾਂ, ਮੇਰੇ ਵਾਸਤੇ ਇੰਪੋਰਟੈਂਟ ਹੈ। ਜੇ ਮੈਂ ਢੀਂਡਸਾ ਸਾਹਿਬ ਦੀ ਗੱਲ ਕਰਾਂ, ਢੀਂਡਸਾ ਸਾਹਿਬ ਵਾਸਤੇ ਇੰਪੋਰਟੈਂਟ। ਜੇ ਮੈਂ ਬਾਦਲਾਂ ਦੀ ਗੱਲ ਕਰਾਂ ਕਿ ਜੇ ਦਿੱਲੀ ਹਾਰਦੇ ਆ ਤੇ ਕਿਸੇ ਵੀ ਸੂਰਤ ਉਹ SGPC ਨਹੀਂ ਜਿੱਤ ਸਕਦੇ। ਆਮ ਆਦਮੀ ਪਾਰਟੀ ਵਾਸਤੇ ਵੀ ਓਡੀ ਜ਼ਰੂਰੀ ਹੈ ਔਰ BJP ਵਾਸਤੇ ਵੀ ਜ਼ਰੂਰੀ ਹੈ। ਆਮ ਆਦਮੀ ਪਾਰਟੀ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਜੇ ਦਿੱਲੀ 'ਚੋਂ ਅਕਾਲੀ ਦਲ ਬਾਦਲ ਹਾਰ ਗਿਆ ਤੇ ਉਹਨਾਂ ਦਾ ਪੰਜਾਬ ਦਾ ਜ਼ੋਰ ਜਿਹੜਾ ਉਹ ਘੱਟ ਲੱਗੇਗਾ। ਇਸੇ ਤਰੀਕੇ BJP ਵਾਸਤੇ ਕਿਉਂ ਜ਼ਰੂਰੀ ਹੈ? BJP ਨੂੰ ਇਹ ਪਤਾ ਹੈ ਕਿ ਜੇ ਦਿੱਲੀ ਦੇ ਵਿੱਚ ਜੇ
ਉਹ ਮੇਰੇ ਨਾਲ ਖਲੋ ਰਹੇ ਨੇ ਜਾਂ ਮੇਰੇ ਵੱਲ ਤੱਕ ਰਹੇ ਨੇ ਜਾਂ ਅਕਾਲੀ ਦਲ ਵੱਲ ਤੱਕ ਰਹੇ ਨੇ, ਫੈਸਲਾ ਤਾਂ ਬੀਜੇਪੀ ਨੇ ਹਲੇ ਨਹੀਂ ਲਿਆ। ਲੇਕਿਨ ਮੈਂ ਸਮਝਦਾ ਬੀਜੇਪੀ ਨੂੰ ਇਹ ਨਜ਼ਰ ਆਉਂਦਾ ਕਿ ਸਾਡੀਆਂ ਇਲੈਕਸ਼ਨ ਦਿੱਲੀ ਤੋਂ ਬਾਅਦ ਇਮੀਡੀਏਟ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਨੇ, ਔਰ ਉਸ ਕਾਰਪੋਰੇਸ਼ਨ ਦੀ ਇਲੈਕਸ਼ਨਸ ਦੇ ਵਿੱਚ ਸਿੱਖ ਵੋਟ ਬਹੁਤ ਵੱਡੀ ਮੈਟਰ ਕਰਦੀ ਹੈ। ਉਹਦਾ ਕਾਰਨ ਹੈ ਕਿ ਜਦੋਂ 2017 ਦੇ ਵਿੱਚ, ਧਿਆਨ ਨਾਲ ਸੁਣਿਓ ਗੱਲ, 2017 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਜਿੱਤਿਆ ਸੀ ਬਾਦਲਾਂ ਦੀ ਫੋਟੋ ਤੋਂ ਬਗੈਰ, 2017 ਫਰਵਰੀ ਚ 4 ਨੂੰ ਤੁਹਾਡੀਆਂ ਪੰਜਾਬ ਦੀਆਂ ਵਿਧਾਨ ਸਭਾ ਦੀ ਵੋਟਾਂ ਸੀ, 26 ਫਰਵਰੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣਾਂ ਸੀ। ਉਹਦੇ ਚ ਆਮ ਆਦਮੀ ਪਾਰਟੀ ਆਪਣੀ ਪਾਰਟੀ ਬਣਾ ਕੇ ਲੜਿਆ ਸੀ ਪੰਥਕ ਸੇਵਾ ਦਲ, 46 ਦੀ 46 ਸੀਟਾਂ ਹਾਰੇ, ਜ਼ਮਾਨਤਾਂ ਜ਼ਬਤ ਹੋਈਆਂ। ਦਿੱਲੀ ਦੇ ਵਿੱਚ ਇੱਕ ਪਰਸੈਪਸ਼ਨ ਆ ਗਿਆ ਸੀਗਾ ਕਿ ਸਿੱਖ ਵੋਟ ਝਾੜੂ ਲਿਜਾ ਚੁੱਕਾ ਸਾਰੀ। ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਜਦੋਂ ਮੈਂ ਜਿੱਤਿਆ ਵਾਂ, ਮੈਂ ਤਕਰੀਬਨ ਇਹ ਸਮਝ ਲਓ ਕਿ ਦਿੱਲੀ ਦੇ ਵਿੱਚ ਮੈਨੂੰ ਪਈ ਸੀਗੀ ਕੋਈ ਤਕਰੀਬਨ 45% ਵੋਟ, ਸਰਨਾ ਸਾਹਿਬ ਦੇ ਅਕਾਲੀ ਦਲ ਨੂੰ ਪਈ ਸੀ 28% ਵੋਟ, ਔਰ ਜਿਹੜਾ ਝਾੜੂ ਦੀ ਪੰਥਕ ਸੇਵਾ ਦਲ ਸੀ ਦਿੱਲੀ ਦੇ ਵਿੱਚ ਉਹ 5 ਜਾਂ 6% ਤੇ ਰਹਿ ਗਿਆ ਸੀਗਾ। ਉਹਦਾ ਕਾਰਨ ਬਣਿਆ ਕਿ ਸਿੱਖ ਵੋਟ ਜਿਹੜੀ ਹੈ ਉਹ ਜਿਤਾਉਣ ਦੇ ਵਿੱਚ ਕਾਮਯਾਬ ਹੋ ਗਈ ਸੀ, ਕਿਉਂਕਿ ਬੀਜੇਪੀ ਨਾਲ ਸਾਡਾ ਅਲਾਇੰਸ ਸੀ, ਉਦੋਂ ਅਕਾਲੀ ਦਲ ਦਾ ਮੈਂ ਪ੍ਰਧਾਨ ਸੀਗਾ। ਸੋ ਇਸ ਕਰਕੇ ਦਿੱਲੀ ਦੀ ਇਲੈਕਸ਼ਨ ਬੜੀ ਅਹਿਮ ਹੈ ਹਰੇਕ ਪੋਲੀਟੀਕਲ ਪਾਰਟੀ ਲਈ। ਅੱਛਾ, ਮੈਨੂੰ ਇਹ ਦੱਸਿਓ ਕਿ ਜਦੋਂ ਤੁਸੀਂ 17 ਚ ਲੜਦੇ ਹੋ ਉਦੋਂ ਤੁਹਾਡੇ ਕੋਲ ਪੂਰਾ ਨੈਟਵਰਕ ਸੀਗਾ, ਤੁਹਾਡੇ ਕੋਲ ਇੱਕ ਬਣਿਆ ਬਣਾਇਆ ਫਰੇਮਵਰਕ, ਥੱਲੇ ਤੱਕ ਤੁਹਾਡੇ ਕੋਲ ਵਰਕਰ ਬੇਸ ਸੀ। ਇਸ ਵੇਲੇ ਤੁਸੀਂ ਕਿਉਂਕਿ ਇਕੱਲੇ ਹੋਏ ਤੇ ਉਸ ਤੋਂ ਬਾਅਦ ਤੁਸੀਂ ਜਾਗੋ ਪਾਰਟੀ ਬਣਾਈ ਨੂੰ ਵੀ ਥੋੜਾ ਚਿਰ ਹੋਇਆ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਦੋਂ ਤੱਕ ਤਿਆਰੀਆਂ ਮੁਕੰਮਲ ਕਰ ਲਓਗੇ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਇੱਛਾ ਇਹ ਹੈ ਕਿ ਇਲੈਕਸ਼ਨ ਹੋਣ ਨਹੀਂ ਦੇਣੀ, ਲੇਕਿਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀ ਉਹ ਕਮੇਟੀ ਬਣਾਤੀ ਜਿਹਦੇ ਜਰਨੈਲ ਸਿੰਘ ਵੀ ਮੈਂਬਰ ਨੇ। ਸੋ ਸਵਾਲ ਇਹ ਆ ਕਿ ਕੀ ਇਲੈਕਸ਼ਨ ਸਮੇਂ ਸਿਰ ਹੋ ਜਾਣਗੀਆਂ? ਪਹਿਲਾ। ਦੂਜਾ, ਜੇ ਹੋ ਜਾਂਦੀਆਂ ਤੇ ਤੁਸੀਂ ਆਪਣਾ ਢਾਂਚਾ ਥੱਲੇ ਰੂਟ ਲੈਵਲ ਤੱਕ ਲੈ ਗਏ ਹੋ ਕਿ ਨਹੀਂ? ਇਸ ਵਾਰੀ ਮਨਜੀਤ ਸਿੰਘ ਦਾ ਚਿਹਰਾ ਕੱਲਾ ਨਹੀਂ ਚੱਲਣਾ, ਕਿਉਂਕਿ ਅਕਾਲੀ ਦਲ ਦੀ ਵੀ ਇੱਕ ਆਪਣੀ ਸ਼ਾਖ ਮਾੜੀ ਮੋਟੀ ਤਾਂ 5-7% ਤਾਂ ਹੈ ਸੀ। ਚਲੋ ਮੈਂ ਕਹਿੰਦਾ ਹੈ ਕਿ ਇਹਦੇ ਲਈ ਤੁਹਾਨੂੰ ਜਿਹੜੀ ਅਗਲੇ ਸਮੇਂ 'ਚ ਸਰਨਾ ਸਾਹਿਬ ਤੇ ਬਾਕੀ ਫਾਈਟ ਸਾਰੇ ਰਲ ਮਿਲ ਕੇ ਕਰਨੀ ਪੈਣੀ ਹੈ। ਇਹਦੇ ਲਈ ਤਿਆਰੀਆਂ ਤੁਹਾਡੀਆਂ ਕਿਹੋ ਜਿਹੀਆਂ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਜਵਾਬ ਦੇਵਾਂ ਕਿ ਆਮ ਆਦਮੀ ਪਾਰਟੀ ਬੜੀ ਕਾਹਲੀ ਹੈ ਇਲੈਕਸ਼ਨ ਕਰਾਉਣ 'ਚ। ਇਹ ਇਲੈਕਸ਼ਨ ਰੋਕਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਇਲੈਕਸ਼ਨ ਕਰਾਉਣਾ ਚਾਹੁੰਦੀ ਹੈ। ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਪਤਾ ਜੇ ਦਿੱਲੀ ਅਕਾਲੀ ਦਲ ਹਾਰਦਾ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਆਮ ਆਦਮੀ ਨੂੰ ਬੈਨੀਫਿਟ ਹੁੰਦਾ। ਦੂਜੀ ਗੱਲ ਤੁਸੀਂ ਮੈਨੂੰ ਇਹ ਕਹੀ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਹੈਗਾ ਮਨਜੀਤ ਸਿੰਘ ਕੋਲ ਅੱਜ ਨਹੀਂ ਹੈਗਾ, ਤੁਹਾਡਾ ਮਤਲਬ ਕਹਿਣ ਤੋਂ ਇਹ ਹੈ। ਮੈਂ ਸਮਝਦਾ ਵਾਂ ਕਿ ਇਸ ਵੇਲੇ ਜਿਸ ਕਿਸਮ ਦਾ ਮੁਹਾਦ ਦਿੱਲੀ ਦੇ ਵਿੱਚ ਛਿੜਿਆ ਹੋਇਆ, ਜਿਸ ਤਰੀਕੇ ਨਾਲ ਲੋਕੀ ਮੈਨੂੰ ਜੁਆਇਨ ਕਰਦੇ ਪਏ ਨੇ, ਉਹ ਮੇਰੀ ਐਡਵਾਂਟੇਜ ਹੈ। ਔਰ ਮੇਰੀ ਜਿਹੜੀ ਡਿਸਐਡਵਾਂਟੇਜ 2017 ਸੀ ਕਿ ਮੇਰੇ ਸਿਰ ਤੇ ਬਰਗਾੜੀ ਦੇ ਸਵਾਲ ਪੁੱਛੇ ਜਾਂਦੇ ਸੀਗੇ, ਭਾਵੇਂ ਮੈਂ ਬਾਦਲਾਂ ਦੀ ਫੋਟੋ ਨਹੀਂ ਲਾਈ, ਮੇਰੇ ਤੋਂ ਡੇਰਾ ਮਾਫੀ ਦੇ ਪੁੱਛੇ ਜਾਂਦੇ ਸੀ, ਮੇਰੇ ਕੋਲੋਂ ਬਾਈਬਲ ਕਲਾ ਦੇ ਪੁੱਛੇ ਜਾਂਦੇ ਸੀ, ਮੇਰੇ ਕੋਲ ਚਿੱਟੇ ਦੇ ਸਵਾਲ ਪੁੱਛੇ ਜਾਂਦੇ ਸੀਗੇ। ਮੈਂ ਸਮਝਦਾ ਉਹ ਸਾਰੇ ਸਵਾਲ ਮੇਰੇ ਸਿਰ ਤੇ ਨਹੀਂ ਨੇ। ਮੈਂ ਇਸ ਵੇਲੇ ਖਾਲੀ ਹਾਂ। ਅਗਲੀ ਗੱਲ, ਇੱਕ ਗੱਲ ਰੰਧਾਵਾ ਸਾਹਿਬ, ਤੁਸੀਂ ਬਹੁਤ ਸਿਆਣੇ ਹੋ ਔਰ ਤੁਸੀਂ ਬਹੁਤ ਵੱਡੇ ਲੋਕਾਂ ਦੇ ਇੰਟਰਵਿਊ ਲੈਂਦੇ ਹੋ, ਮੈਨੂੰ ਤੇ ਤੁਸੀਂ ਚਲੋ ਮਾਣ ਬਖਸ਼ ਦਿਓ, ਮੈਂ ਇਸ ਕਾਬਲ ਨਹੀਂ ਆ। ਲੇਕਿਨ ਇੱਕ ਗੱਲ ਇਹ ਸਮਝ ਲਓ, ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ ਨਾ ਦਿੱਲੀ 'ਚ, ਪਿਛਲੇ ਵਾਰੀ ਦੀ ਗੱਲ ਕਰ ਰਹੇ ਔਰ ਇਸ ਵਾਰ ਦੀ ਵੀ, ਇਸ ਵਾਰੀ ਤੇ ਚਲੋ ਆਮ ਆਦਮੀ ਸਰਕਾਰ 5 ਸਾਲ ਦੀ ਚਲਾ ਕੇ ਆਈ ਸੀ ਨਾ, ਲੇਕਿਨ ਪਿਛਲੀ ਵਾਰੀ ਉਹ 17 ਚੋਂ 67 ਸੀਟਾਂ ਲੈ ਗਈ ਸੀ। ਔਰ ਕਦੋਂ ਲੈ ਗਈ ਸੀ? ਜਦੋਂ ਮੋਦੀ ਕਲੀਨ ਸਵੀਪ ਕਰਕੇ ਹਿੰਦੁਸਤਾਨ ਦੇ ਵਿੱਚ ਆਇਆ ਸੀ, ਦਿੱਲੀ ਦੀ 7 ਸੀਟਾਂ ਜਿੱਤ ਕੇ ਲੈ ਗਿਆ ਸੀ, ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਉਹਦੇ ਬਾਅਦ ਆਮ ਆਦਮੀ ਪਾਰਟੀ ਜਿੱਤ ਗਈ। ਆਮ ਆਦਮੀ ਪਾਰਟੀ ਕੋਲ ਟੇਬਲ ਨਹੀਂ ਸੀ ਲਾਣ ਜੋਗੇ, ਆਮ ਆਦਮੀ ਕੋਲ ਵਰਕਰ ਨਹੀਂ ਸੀ ਕਿ ਟੇਬਲਾਂ ਤੇ ਬਿਠਾਉਣ ਜੋਗੇ, ਆਮ ਆਦਮੀ ਕੋਲ ਗੱਡੀਆਂ ਨਹੀਂ ਸੀਗੀਆਂ ਘਰਾਂ ਚੋਂ ਕੱਢਣ ਵਾਸਤੇ। ਕੀ ਸੀਗਾ? ਲੋਕਾਂ ਦਾ ਇੱਕ ਮਾਹੌਲ ਬਣਿਆ ਹੋਇਆ ਸੀਗਾ ਕਿ ਨਹੀਂ, ਹਮਨੇ ਇਸਕੋ ਚਾਂਸ ਦੇਣਾ। ਮੈਂ ਸਮਝਦਾ ਵਾਂ ਕਿ ਹਲੇ ਮੇਰੇ ਤੇ ਬਹੁਤ 2-2.5 ਸਾਲਾਂ ਤੀਰ ਛੱਡੇ ਨੇ, ਹਲੇ ਪੂਰੀ ਤਿਆਰੀ ਹੈ ਕਿਸੇ ਤਰੀਕੇ ਅਸੀਂ ਜੇਲ੍ਹ 'ਚ ਪਹੁੰਚਾ ਦਈਏ, ਨਹੀਂ ਤਾਂ ਮਨਜੀਤ ਸਿੰਘ ਨੂੰ ਰੋਕਣਾ ਮੁਸ਼ਕਿਲ ਹੈ। ਉਹ ਦਿੱਲੀ ਦੇ ਲੋਕ ਸਮਝ ਚੁੱਕੇ ਨੇ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ। ਸੋ ਇਸ ਕਰਕੇ ਉਹ ਟੇਬਲ ਕੁਰਸੀਆਂ ਇਨਫਰਾਸਟ੍ਰਕਚਰ ਦੀ ਲੋੜ ਨਹੀਂ, ਸੰਗਤ ਦੇ ਆਸ਼ੀਰਵਾਦ ਦੀ ਲੋੜ ਹੈ, ਉਹ ਮੈਨੂੰ ਮਿਲਦਾ ਪਿਆ। ਅੱਛਾ, ਮੈਨੂੰ 2 ਸਵਾਲ ਨੇ, ਇਸ ਤੋਂ ਬਾਅਦ ਖਤਮ ਕਰਦੇ ਆ। ਤੁਹਾਡੇ ਵੀਰ ਜਿਵੇਂ ਨੇ, ਮੈਨੂੰ ਇੱਕ ਤਾਂ ਇਹ ਦੱਸੋ ਕਿ ਤੁਸੀਂ ਅੰਦਰ ਰਹੇ ਹੋ, ਸੁਖਬੀਰ ਦੇ ਨਾਲ ਤੁਹਾਡੀ ਨੇੜਤਾ ਰਹੀ ਹੈ। ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਅੱਜ ਕੱਲ ਆਪਣੇ ਜਿਹੜਾ ਉਹਨਾਂ ਦਾ ਕਾਡਰ ਆ, ਜਿਹੜਾ ਉਹਨਾਂ ਦਾ ਵਰਕਰ ਹੈ, ਉਹਨੂੰ ਐਕਟੀਵੇਟ ਕਰ ਰਹੇ ਆ ਔਰ ਰੂਟ ਲੈਵਲ ਤੱਕ, ਪਿੰਡ ਪੱਧਰ ਤੱਕ ਕੋਸ਼ਿਸ਼ ਕਰ ਰਹੇ ਸਰਗਰਮੀ ਵਧਾਉਣ ਦੀ। ਹਰੇਕ ਹਲਕਾ ਇੰਚਾਰਜ ਦੀ ਡਿਊਟੀ ਲੱਗ ਰਹੀ ਹੈ ਕਿ ਭਾਈ ਆਪਣੇ ਜਿੰਨੇ ਵੀ ਤੇਰੇ ਹਲਕੇ 'ਚ ਲੋਕ ਹੈ ਉਹਨਾਂ ਨੂੰ ਜਗਾ ਖੜੇ ਕਰੋ,
ਤਾਂ ਕਿ ਲੜਾਈ ਥੱਲੇ ਦੇ ਪੱਧਰ ਤੇ ਵਿੱਢੀ ਜਾਵੇ। ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਗਵਾਚੀ ਇਮੇਜ ਬਹਾਲ ਕਰ ਲੈਣਗੇ ਜਾਂ ਉਹ ਉਸ ਤਰ੍ਹਾਂ ਦੇ ਮਾਹੌਲ ਨੂੰ ਸਿਰਜ ਲੈਣਗੇ ਜਿਵੇਂ ਉਹ ਕੋਸ਼ਿਸ਼ ਕਰ ਰਹੇ ਆ? ਤੇ ਦੂਜਾ ਸਵਾਲ ਇਹ ਹੈ ਨਾਲ ਹੀ ਕਿ ਕਿਤੇ ਇੰਜ ਤਾਂ ਨਹੀਂ ਹੋਊਗਾ ਜਿੱਦਾਂ ਇੱਕ ਵਿਆਹ ਸਮਾਗਮ 'ਚ ਅਸੀਂ ਵੀ ਉਹਦਾ ਜ਼ਿਕਰ ਛੇੜਿਆ ਸੀ, ਤੁਹਾਡੀ ਜੱਫੀ ਪੈ ਗਈ, ਤੁਹਾਨੂੰ ਸੱਦਾ ਦੇ ਲਿਆ, ਤੁਸੀਂ ਵੀ ਮੰਨ ਲਿਆ, ਗੱਲ ਚਲੋ ਉਹ ਤਾਂ ਆਈ ਗਈ ਹੋਗੀ, ਲੇਕਿਨ ਕਿਸੇ ਮੌਕੇ ਤੇ ਆ ਕੇ ਪੁਰਾਣੇ ਰਿਸ਼ਤੇ ਜੋਸ਼ ਮਾਰ ਜਾਣ, ਜੱਫੀਆਂ ਦਾ ਨਿੱਘ ਯਾਦ ਆਉਣ ਲੱਗ ਜੇ, ਘਰ ਨੂੰ ਮੁੜਨ ਦਾ ਫੈਸਲਾ ਹੋ ਜੇ, ਇੰਜ ਵੀ ਹੋ ਸਕਦਾ? ਮੈਂ ਤੁਹਾਡੇ ਸਵਾਲ ਦਾ ਜਵਾਬ ਪ੍ਰੈਕਟੀਕਲੀ ਦਿਆਂਗਾ। ਅੱਛਾ। 2016 ਦੇ ਵਿੱਚ ਮੇਰੀ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਹੋਈ ਚੰਡੀਗੜ੍ਹ, ਕਿਉਂਕਿ ਪੰਜਾਬ ਦੀ ਇਲੈਕਸ਼ਨ ਆਉਣ ਵਾਲੀ ਸੀ ਔਰ ਮੇਰੀ ਦਿੱਲੀ ਦੀ ਆਉਣ ਵਾਲੀ ਸੀ। ਉਸ ਮੀਟਿੰਗ ਦੇ ਵਿੱਚ ਸਰਸਾ ਸਾਹਿਬ ਵੀ ਸੀਗੇ, ਹਿੱਤ ਸਾਹਿਬ ਵੀ ਸੀਗੇ, ਦਿੱਲੀ ਦੇ ਪ੍ਰਭਾਰੀ ਮੈਨੂੰ ਉਹਨਾਂ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਕਿ ਮੈਂ ਪੰਜਾਬ 'ਚ ਇੰਨਾ ਸਟਰੋਂਗ ਆ, ਮੇਰੇ ਕੋਲ 40,000 ਵਰਕਰ ਮੇਰਾ ਸੋਸ਼ਲ ਮੀਡੀਆ ਦਾ ਤਿਆਰ ਹੋ ਗਿਆ। ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਹੈ, ਉੱਥੇ ਪ੍ਰੋਫੈਸਰ ਅੰਗਰ ਸਾਡੇ ਵੱਡੇ ਲੀਡਰ ਜਾ ਕੇ ਕਲਾਸਾਂ ਲੈਂਦੇ ਸੀ ਔਰ ਬੱਚਿਆਂ ਨੂੰ ਸਮਝਾ ਰਹੇ ਸੀ, ਯੂਥ ਨੂੰ ਸਮਝਾ ਰਹੇ ਸੀ, ਕਿਉਂਕਿ ਸਰਕਾਰ ਆਪਣੀ ਸੀ। ਏਡਾ ਵੱਡਾ ਇਨਫਰਾਸਟ੍ਰਕਚਰ ਹੋਣ ਦੇ ਬਾਅਦ, ਸਰਕਾਰ ਆਪਣੀ ਹੋਣ ਦੇ ਬਾਅਦ, ਸੋਸ਼ਲ ਮੀਡੀਆ ਤੇ 100 ਕਰੋੜ ਤੋਂ ਉੱਤੇ ਰੁਪਇਆ ਖਰਚਣ ਤੋਂ ਬਾਅਦ ਸਾਹਿਬ ਸੁਖਬੀਰ ਸਿੰਘ ਬਾਦਲ ਹਾਰੇ ਬੁਰੀ ਤਰੀਕੇ ਨਾਲ, ਦੂਜੇ ਨੰਬਰ ਤੇ ਵੀ ਨਹੀਂ ਰਹੇ, ਤੀਜੇ ਨੰਬਰ ਤੇ ਚਲੇ ਗਏ। ਮੈਂ ਸਮਝਦਾ ਅੱਜ ਪਾਰਟੀ ਦਾ ਇਹ ਹਾਲ ਹੈ ਕਿ ਕਾਂਗਰਸ ਦਾ ਪਤਨ ਹੋਣ ਦੇ ਬਾਵਜੂਦ ਵੀ ਫਾਇਦਾ ਇਹਨਾਂ ਨੂੰ ਨਹੀਂ ਹੋ ਰਿਹਾ। ਇਹ ਕਿਹਨੂੰ ਫਾਇਦਾ ਹੋਏਗਾ? ਇਹ ਤੇ ਪੰਜਾਬ ਦੇ ਲੋਕੀ ਦੱਸਣਗੇ ਜਦੋਂ ਡੱਬੇ ਬੰਦ ਹੋਣਗੇ। ਤੁਸੀਂ ਜੱਫੀ ਦਾ ਜ਼ਿਕਰ ਕੀਤਾ, ਗੁਰੂ ਮਹਾਰਾਜ ਮਿਹਰ ਰੱਖੇਗਾ, ਮੇਰੇ ਕੋਲ ਉਹਨਾਂ ਨਾਲ ਪਰਸਨਲ ਦੁਸ਼ਮਣੀ ਨਹੀਂ, ਹਾਂ ਸਿਆਸੀ ਹੈ ਵੇ, ਔਰ ਮੈਂ ਸਮਝਦਾ ਵਾਂ ਕਿ ਉਹਨਾਂ ਦੇ ਵਕਤ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਾਂ ਜੋ ਕੁਝ ਹੋਇਆ, ਲੋਕੀ ਉਹਨਾਂ ਨੂੰ ਨਹੀਂ ਚਾਹੁੰਦੇ। 2017 ਚ ਮੈਂ ਇਸ਼ਾਰਾ ਦੇ ਦਿੱਤਾ ਸੀ ਜੇ ਮੈਂ ਉਹਨਾਂ ਦੀ ਫੋਟੋ ਤੋਂ ਬਗੈਰ ਦਿੱਲੀ ਚ ਇਲੈਕਸ਼ਨ ਲੜ ਰਿਹਾ ਸੀ। ਕਦੀ ਹੋਇਆ ਅਕਾਲੀ ਦਲ ਦੇ ਪ੍ਰਧਾਨਾਂ ਦੀ ਫੋਟੋ ਨਾ ਲੱਗੇ? ਕਦੀ ਹੋਇਆ ਕਿ 25 ਦਿਨ ਇਲੈਕਸ਼ਨ ਚੱਲੇ ਔਰ ਦਿੱਲੀ ਚ ਇੱਕ ਰੈਲੀ ਉਹਨਾਂ ਦੀ ਨਾ ਹੋਵੇ, ਇੱਕ ਮੀਟਿੰਗ ਕਾਰਨਰ ਉਹਨਾਂ ਦੀ ਨਾ ਹੋਵੇ? ਮੈਂ ਸਮਝਦਾ ਕਿ ਮੈਨੂੰ ਪਤਾ ਹੈ ਕਿ ਸਿੱਖ ਕੀ ਚਾਹੁੰਦੇ ਨੇ, ਕੌਮ ਕੀ ਚਾਹੁੰਦੀ ਹੈ, ਅਸੀਂ ਉਸੇ ਰਾਹ ਤੇ ਚੱਲਾਂਗੇ। ਅੱਛਾ, ਮੈਨੂੰ ਇਹ ਦੱਸਿਓ ਕਿ ਬਾਦਲਾਂ ਦੇ ਖਿਲਾਫ ਬਣਨ ਵਾਲੇ ਗੱਠਜੋੜ ਦੇ ਵਿੱਚ ਬਹੁਤ ਈਗੋ ਕਲੈਸ਼ ਤਾਂ ਨਹੀਂ ਹੋਣਗੇ, ਬਹੁਤ ਹਉਮੈ ਤਾਂ ਨਹੀਂ ਆੜੇ ਆਊਗੀ? ਹੋ ਜਾਣਗੇ। ਜੇ ਈਗੋ ਕਲੈਸ਼ ਹੋਏਗੀ ਉਹਦਾ ਫਾਇਦਾ ਬਾਦਲਾਂ ਨੂੰ ਹੋਏਗਾ। ਮੈਂ ਸਮਝਦਾ ਕਿ ਜਿੰਨੀਆਂ ਵੀ ਪਾਰਟੀਆਂ ਆਪੋ ਚ ਰਲ ਰਹੀਆਂ ਨੇ ਇਹ ਸੋਚ ਕੇ ਚੱਲਣ ਕਿ ਅਸੀਂ ਆਪਣੀ ਈਗੋ ਛੱਡ ਕੇ ਇੱਕ ਵਾਰੀ ਪੰਥ ਨੂੰ ਇੱਕ ਪਾਸੇ ਲਾ ਦਈਏ, ਉਹਦੇ ਬਾਅਦ ਆਪਸ ਚ ਗੱਲ ਕਰ ਲਾਂਗੇ ਜਿਹੜੀ ਕਰਨੀ ਹੋ। ਕੁਰਸੀ ਇੱਕ ਆ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੇਅਰ ਇੱਕ ਹੈ, ਲੇਕਿਨ ਦਾਅਵੇਦਾਰ 2-3 ਹੈਗੇ, ਲੇਕਿਨ ਇਹ ਮੁਸ਼ਕਲ ਨੂੰ ਕਿੱਦਾਂ ਪਾਰ ਪਾਓਗੇ? ਮੈਂ ਸਮਝਦਾ ਇਸ ਵੇਲੇ ਇਹ ਇੰਪੋਰਟੈਂਟ ਨਹੀਂ ਹੈ ਪ੍ਰਧਾਨ ਕੌਣ ਬਣੇਗਾ, ਇਸ ਵੇਲੇ ਇਹ ਇੰਪੋਰਟੈਂਟ ਹੈ ਕਿ ਇਹ ਬਾਦਲ ਵਾਲਿਆਂ ਨੂੰ ਵਾਪਸ ਰਾਜਪੁਰੇ ਛੱਡ ਕੇ ਆਈਏ, ਦਿੱਲੀ ਤੋਂ ਇਹਨਾਂ ਦੀ ਜਾਨ ਛੁਡਾਈਏ, ਫਿਰ ਪੰਜਾਬ ਵਾਲੇ ਆਪ ਹੀ ਦੇਖਣ ਉਹਨਾਂ ਨੇ ਕੀ ਕਰਨਾ। ਹਰਿਆਣੇ ਨੇ ਛੁਡਾ ਲਈ ਹੈ। ਆਖਰੀ ਗੱਲ, ਤੁਸੀਂ ਬੀਜੇਪੀ ਦੀ ਬਾਤ ਪਾਉਂਦੇ ਹੋ, ਲੇਕਿਨ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਵੱਡੇ ਕੱਦ ਵਾਲੇ ਦਿੱਲੀ ਦੇ ਲੀਡਰ ਨਾਲ ਮੇਰੀ ਗੱਲ ਹੁੰਦੀ ਆ, ਸਿੱਖ ਚਿਹਰੇ ਨਾਲ, ਉਹ ਕਹਿੰਦੇ ਆ ਕਿ ਸਾਡੀ ਅੱਛੀ ਟਿਊਨਿੰਗ ਜਾ ਰਹੀ ਹੈ ਤੁਹਾਡੇ ਨਾਲ ਔਰ ਦੂਜੇ ਸਰਨਾ ਭਰਾਵਾਂ ਨਾਲ। ਦੇਖੋ ਸਾਡੇ ਨਾਲ ਦੋ ਬੇੜੀਆਂ ਦੇ ਵਿੱਚ ਚੱਲ ਹੋ ਜੂ। ਸਾਡੀ ਮੈਂ ਤੇ ਆਮ ਆਦਮੀ ਦੇ ਖਿਲਾਫ ਹਮੇਸ਼ਾ ਦਿੱਲੀ 'ਚ ਜਹਾਜ਼ ਛੇੜਿਆ। ਹਾਂ, ਉਹਨਾਂ ਨੂੰ ਇਹ ਪਤਾ ਹੈ ਕਿ ਬਾਦਲ, ਅਗਰ ਉਹਨਾਂ ਨੇ ਇਸ ਵੇਲੇ ਬਾਦਲ ਨੂੰ ਹਰਵਾਉਣ ਦਾ ਮਾਹੌਲ ਇਲੈਕਸ਼ਨ ਕਰਵਾ ਕੇ ਬਣਾਉਣਾ ਤਾਂ ਕਿ ਪੰਜਾਬ 'ਚ ਉਹਨਾਂ ਨੂੰ ਫਾਇਦਾ ਹੋਵੇ, ਸਾਨੂੰ ਉਹ ਸੂਟ ਕਰਦਾ ਕਿ ਸਾਡੀ ਇਲੈਕਸ਼ਨ ਟਾਈਮ ਸਿਰ ਹੋਵੇ। ਬਾਦਲ ਕਿਉਂ ਸਾਡੀ ਇਲੈਕਸ਼ਨ ਰੋਕ ਕੇ, ਜਿੱਦਾਂ SGPC ਦੀ ਰੋਕ ਕੇ ਬੈਠਾ? ਮੈਂ ਚਾਹੁੰਦਾ ਸਾਡੀ ਇਲੈਕਸ਼ਨ ਹੋਵੇ, ਫੈਸਲਾ ਸੰਗਤ ਨੇ ਕਰਨਾ। ਜੇ ਸੰਗਤ ਦੁਬਾਰਾ ਚਾਹੁੰਦੀ ਹੈ ਬਾਦਲ ਕਿਆਂ ਨੂੰ ਇੱਥੇ ਦਿੱਲੀ 'ਚ ਦੇਖਣਾ ਤੇ ਜ਼ਰੂਰ ਦੇਖਣ, ਲੇਕਿਨ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਉਹਨਾਂ ਨੂੰ ਵਾਪਸ ਭੇਜਣ ਦੇ ਵਿੱਚ। ਔਰ ਆਮ ਆਦਮੀ ਨੂੰ ਇਹ ਸੂਟ ਕਰਦਾ ਹੈ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ। ਭਾਜਪਾ ਨਾਲ ਤੁਹਾਡੇ ਨੇੜੇ ਦੇ ਰਿਸ਼ਤੇ ਨੇ ਬਹੁਤ ਸਾਰੇ ਲੀਡਰਾਂ ਨਾਲ, ਅੱਜ ਕੱਲ ਉਹਨਾਂ ਦੀ ਬਾਦਲ ਕਿਆਂ ਪ੍ਰਤੀ ਪਹੁੰਚ ਕਿਹੋ ਜੀ? ਜਾਂਦੇ ਜਾਂਦੇ ਦੱਸ ਦਿਓ, ਪਰਦਾ ਚੱਕ ਲਓ। ਮੈਂ ਸਮਝਦਾ ਕਿ ਜਿਹੜੀ ਜਨਵਰੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀ ਚੋਣਾਂ ਹੋਈਆਂ, ਜੇ 4 ਸੀਟਾਂ ਇਹਨਾਂ ਨੂੰ ਬਾਦਲ ਕਿਆਂ ਨੂੰ ਨਹੀਂ ਮਿਲੀਆਂ, ਜਦੋਂ 3 MPਆਂ ਦੀ ਕਮੇਟੀ ਬਣਾਈ ਸੀ, ਇੱਕ ਕਮੇਟੀ ਬਣਾਈ ਸੀ ਉਹਨਾਂ ਨੇ, ਚੰਦੂ ਮਾਜਰਾ ਜੀ ਮੈਂਬਰ ਸੀਗੇ, ਨਰੇਸ਼ ਗੁਜਰਾਲ ਸੀਗਾ, ਭੁੰਦੜ ਸਾਹਿਬ ਸੀ, ਇਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਔਰ ਫਿਰ ਇਹਦੇ ਵਾਸਤੇ ਟਿਕਟ ਮੰਗ ਰਹੇ ਸੀ ਅਕਾਲੀ ਦਲ ਉਸ ਵੇਲੇ। ਸਰ ਮਨਜਿੰਦਰ ਸਿੰਘ ਸਿਰਸਾ ਸਿਟਿੰਗ MLA, ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਸਰ ਹਰਬੀਰ ਸਿੰਘ ਕਾਲਕਾ ਜਨਰਲ ਸੈਕਟਰੀ ਗੁਰਦੁਆਰਾ ਕਮੇਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜੇ ਇਹਨਾਂ ਨੂੰ ਇਸ ਵੇਲੇ ਟਿਕਟ ਨਹੀਂ ਮਿਲੀ, ਅੱਜ ਤੋਂ ਬਾਅਦ ਕੋਈ ਦਿੱਲੀ ਦੀ ਇਲੈਕਸ਼ਨ ਆ ਜੇ, ਬਾਦਲ ਦਲ ਦਿੱਲੀ ਦੇ ਵਿੱਚ ਇਹਨਾਂ ਪੋਜੀਸ਼ਨਾਂ ਤੇ ਨਹੀਂ ਹੋਏਗਾ ਜਿਨ੍ਹਾਂ ਪੋਜੀਸ਼ਨਾਂ ਤੇ ਅੱਜ ਬੈਠਾ। ਤੇ ਕੈਬਨਿਟ ਵਜ਼ੀਰ ਕੌਣ ਹੈ? ਬੀਬਾ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ MP। ਤਾਂ ਉਹਨਾਂ ਨੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ। ਤੇ ਤੁਸੀਂ ਮੈਨੂੰ ਜਿਹੜਾ ਸਵਾਲ ਪੁੱਛਿਆ ਉਹਦੇ ਮੈਂ ਜਵਾਬ ਤੁਹਾਨੂੰ ਇਹਦੇ 'ਚ ਸਾਰੇ ਦੇ ਦਿੱਤੇ ਕਿ ਇਹਨਾਂ ਦੇ ਰਿਲੇਸ਼ਨ ਕਿੱਦਾਂ ਦੇ ਹੈ। ਜੀਕੇ ਸਾਹਿਬ ਬਹੁਤ ਧੰਨਵਾਦ। ਆਓ ਕਲੈਕਟਿਵਲੀ ਇਕੱਠੇ ਹੀ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਵਧਾਈ ਦਿੰਦੇ ਆ
ਜੀ। ਤੇ ਇਸ ਬਹਿਸ ਨੂੰ ਵਿਰਾਮ ਦਿੰਦੇ ਆ। ਬਹੁਤ ਮਿਹਰਬਾਨੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।